ਸਾਡੀਆਂ 4 ਕੁੜੀਆਂ ਸੀ। ਕੁਝ ਟਾਈਮ ਬਾਅਦ ਮੈਂ ਫਿਰ ਪ੍ਰੈਗਨੈਂਟ ਹੋ ਗਈ। ਮੇਰਾ ਪਤੀ ਵਿਦੇਸ਼ ਜਾਣ ਲੱਗਾ ਤੇ ਬੋਲਿਆ, ਇਸ ਵਾਰ ਮੁੰਡਾ ਹੋਇਆ ਤਾਂ ਰੱਖ ਲਵੀਂ, ਜੇ ਕੁੜੀ ਹੋਈ ਤਾਂ ਸੁੱਟ ਦੇਵੀਂ। ਮੇਰੇ ਕੁੜੀ ਹੋਈ ਤੇ ਮੈਂ ਇੱਕ ਗਰੀਬ ਔਰਤ ਨੂੰ ਦੇ ਦਿੱਤੀ ਜਿਹਦੇ ਕੋਈ ਔਲਾਦ ਨਹੀਂ ਸੀ। 20 ਸਾਲ ਬਾਅਦ ਮੇਰਾ ਪਤੀ ਜਦੋਂ ਵਿਦੇਸ਼ ਤੋਂ ਵਾਪਸ ਆਇਆ ਤਾਂ ਇੱਕ 18 ਸਾਲ ਦੀ ਕੁੜੀ ਨਾਲ ਵਿਆਹ ਕਰਵਾਉਣ ਲੱਗਿਆ ਤਾਂ ਕੁੜੀ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ 4 ਕੁੜੀਆਂ ਦੀ ਮਾਂ ਹੋਣਾ ਕੋਈ ਆਮ ਗੱਲ ਨਹੀਂ, ਖਾਸ ਕਰ ਉਦੋਂ ਜਦੋਂ ਪਤੀ ਨੂੰ ਕੁੜੀਆਂ ਤੋਂ ਨਫ਼ਰਤ ਹੋਵੇ। ਜਦੋਂ ਮੇਰੇ ਪਹਿਲੀ ਕੁੜੀ ਹੋਈ ਤਾਂ ਸਹੁਰਿਆਂ ਨੇ ਕੋਈ ਦੁੱਖ ਨਹੀਂ ਮਨਾਇਆ। ਫਿਰ ਜਦੋਂ ਇੱਕ ਤੋਂ ਬਾਅਦ ਇੱਕ ਕੁੜੀਆਂ ਹੋ ਗਈਆਂ ਤਾਂ ਸਾਰਿਆਂ ਨੇ ਮੇਰਾ ਜੀਣਾ ਮੁਸ਼ਕਿਲ ਕਰ ਦਿੱਤਾ। ਸ਼ਾਇਦ ਜਿੱਥੇ ਮੈਂ ਰਹਿੰਦੀ ਸੀ ਉੱਥੇ ਔਰਤਾਂ ਨੂੰ ਇੱਜ਼ਤ ਬਸ ਮੁੰਡਾ ਪੈਦਾ ਕਰਨ 'ਤੇ ਹੀ ਮਿਲਦੀ ਸੀ। ਜਦੋਂ ਮੇਰੇ ਚੌਥੀ ਵਾਰ ਕੁੜੀ ਹੋਈ ਤਾਂ ਮੇਰੇ ਪਤੀ ਸੰਦੀਪ ਨੇ ਉਸ ਵੱਲ ਇੱਕ ਵਾਰ ਵੀ ਨਹੀਂ ਦੇਖਿਆ ਤੇ ਸੱਸ ਵੀ ਮੈਨੂੰ ਇਕੱਲੀ ਨੂੰ ਛੱਡ ਕੇ ਆ ਗਈ। ਥੋੜੇ ਦਿਨਾਂ ਬਾਅਦ ਮੈਨੂੰ ਛੁੱਟੀ ਮਿਲ ਗਈ ਤੇ ਮੈਂ ਇਕੱਲੀ ਆਪਣੀ ਫੁੱਲ ਜਿਹੀ ਕੁੜੀ ਲੈ ਕੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਇੱਕ ਔਰਤ ਬੈਠੀ ਸੀ। ਉਹ ਕਾਫੀ ਜ਼ਿਆਦਾ ਉਮਰ ਦੀ ਲੱਗ ਰਹੀ ਸੀ। ਮੈਨੂੰ ਦੇਖ ਕੇ ਉਹ ਰੋਣ ਲੱਗ ਪਈ ਤੇ ਬੋਲੀ, ਆਪਣੀ ਬੱਚੀ ਮੈਨੂੰ ਦੇ ਦੇਵੋ, ਮੇਰੇ ਕੋਈ ਔਲਾਦ ਨਹੀਂ ਹੈ, ਨਾ ਹੀ ਇਸ ਦੁਨੀਆ ਵਿੱਚ ਮੇਰਾ ਕੋਈ ਸਹਾਰਾ ਹੈ। ਇਹ ਬੱਚੀ ਮੇਰਾ ਸਹਾਰਾ ਬਣ ਜਾਏਗੀ। ਪਰ ਮੇਰੀ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੀ ਬੱਚੀ ਕਿਸੇ ਨੂੰ ਦੇ ਦੇਵਾਂ। ਮੈਂ ਚੁੱਪ ਕਰਕੇ ਬੱਚੀ ਨੂੰ ਲੈ ਕੇ ਘਰ ਆ ਗਈ। ਜਦੋਂ ਮੈਂ ਘਰ ਆਈ ਤਾਂ ਸੱਸ ਤੇ ਪਤੀ ਨੇ ਮੈਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਬਹੁਤ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਨਹੀਂ ਖੋਲ੍ਹਿਆ। ਮੇਰੀਆਂ ਕੁੜੀਆਂ ਦੀ ਅੰਦਰੋਂ ਰੋਣ ਦੀ ਆਵਾਜ਼ ਆ ਰਹੀ ਸੀ। ਪਤਾ ਨਹੀਂ ਮੇਰੇ ਪਿੱਛੇ ਕਿੰਨੇ ਜ਼ੁਲਮ ਸਹਿਣ ਕੀਤੇ ਹੋਣੇ। ਮੈਨੂੰ ਦਰਵਾਜ਼ੇ ਦੇ ਬਾਹਰ ਬੈਠੇ ਨੂੰ ਸਵੇਰ ਤੋਂ ਰਾਤ ਹੋ ਗਈ ਸੀ। ਮੇਰੀ ਨੰਨੀ ਪਰੀ ਰੋਈ ਜਾ ਰਹੀ ਸੀ ਤੇ ਮੈਂ ਵੀ ਹੁਣ ਉਹਨੂੰ ਗਲ ਲਾ ਕੇ ਰੋ ਰਹੀ ਸੀ। ਫਿਰ ਅੱਧੀ ਕੁ ਰਾਤ ਨੂੰ ਦਰਵਾਜ਼ਾ ਖੁੱਲ੍ਹਿਆ। ਮੇਰੀ ਵੱਡੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਮੈਨੂੰ ਗਲ ਲਾ ਕੇ ਰੋਣ ਲੱਗ ਪਈ। ਬਾਕੀ ਸਾਰੇ ਸੁੱਤੇ ਪਏ ਸੀ ਤੇ ਮੈਂ ਵੀ ਜਾ ਕੇ ਸੋ ਗਈ। ਥਕਾਵਟ ਵਿੱਚ ਕੋਈ ਪਤਾ ਨਹੀਂ ਲੱਗਿਆ ਕਿੱਥੇ ਪਈਆਂ। ਸਵੇਰ ਨੂੰ ਜਦੋਂ ਮੇਰੇ ਪਤੀ ਨੇ ਮੈਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਤਾਂ ਫਿਰ ਮੇਰੀ ਜਾਗ ਖੁੱਲ੍ਹੀ। ਉਹਨੇ ਮੈਨੂੰ ਕਿਹਾ ਕਿ ਨਿਕਲ ਜਾ ਇਸ ਘਰ 'ਚੋਂ, ਇੱਥੇ ਤੇਰੇ ਲਈ ਕੋਈ ਜਗ੍ਹਾ ਨਹੀਂ ਹੈ ਤੇ ਨਾ ਹੀ ਤੇਰੀਆਂ ਕੁੜੀਆਂ ਲਈ। ਮੈਂ ਉਹਦੇ ਅੱਗੇ ਹੱਥ ਜੋੜਨ ਲੱਗ ਪਈ ਕਿ ਮੈਂ 4 ਕੁੜੀਆਂ ਨੂੰ ਲੈ ਕੇ ਕਿੱਥੇ ਜਾਵਾਂਗੀ। ਉਹਨੇ ਮੈਨੂੰ ਬਾਹਰ ਧੱਕਾ ਦੇ ਦਿੱਤਾ। ਕੁੜੀਆਂ ਰੋਣ ਲੱਗ ਗਈਆਂ ਤਾਂ ਸੱਸ ਉਹਨਾਂ ਨੂੰ ਕੁੱਟਣ ਲੱਗ ਗਈ ਤੇ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਮੇਰੇ ਨਾਲ ਇੱਦਾਂ ਨਾ ਕਰੋ, ਇਹਦੇ ਵਿੱਚ ਮੇਰਾ ਤੇ ਬੱਚਿਆਂ ਦਾ ਕੀ ਕਸੂਰ ਹੈ। ਜੋ ਪਰਮਾਤਮਾ ਨੇ ਲਿਖਿਆ ਹੋਣਾ ਤਾਂ ਉਹੀ ਹੁੰਦਾ। ਪਰ ਉਹਨਾਂ ਨੇ ਮੇਰੇ ਤੇ ਜ਼ਰਾ ਤਰਸ ਨਾ ਕੀਤਾ। ਮੈਂ ਬੱਚਿਆਂ ਨੂੰ ਲੈ ਕੇ ਦਰਵਾਜ਼ੇ ਦੇ ਬਾਹਰ ਹੀ ਬੈਠ ਗਈ। ਕੁਝ ਮਿੰਟਾਂ ਬਾਅਦ ਹੀ ਮੇਰੀ ਸੱਸ ਦੀ ਉੱਚੀ ਚੀਕਣ ਦੀ ਆਵਾਜ਼ ਆਈ। ਸੰਦੀਪ ਭੱਜਦਾ ਹੋਇਆ ਬਾਹਰ ਆਇਆ ਤੇ ਤੇਜ਼ੀ ਨਾਲ ਗੱਡੀ ਕੱਢਣ ਲੱਗ ਪਿਆ। ਮੇਰੀ ਸੱਸ ਪੈਰ ਤਿਲਕਣ ਨਾਲ ਬਾਥਰੂਮ ਵਿੱਚ ਡਿੱਗ ਗਈ ਸੀ। ਉਹਦੇ ਸਿਰ ਵਿੱਚ ਬਹੁਤ ਸੱਟ ਲੱਗੀ ਸੀ ਤੇ ਖੂਨ ਵੀ ਨਿਕਲ ਰਿਹਾ ਸੀ। ਮੈਂ ਜਲਦੀ ਨਾਲ ਮਦਦ ਕਰਕੇ ਉਹਨਾਂ ਨੂੰ ਗੱਡੀ ਵਿੱਚ ਬਿਠਾਇਆ ਤੇ ਉਹ ਹਸਪਤਾਲ ਚਲੇ ਗਏ। ਪਰ ਮੇਰੀ ਸੱਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਸੱਸ ਦੀ ਮੌਤ ਤੋਂ ਬਾਅਦ ਮੇਰਾ ਪਤੀ ਬਹੁਤ ਉਦਾਸ ਰਹਿਣ ਲੱਗ ਪਿਆ ਸੀ ਤੇ ਮੈਂ ਉਹਨਾਂ ਨੂੰ ਹਿੰਮਤ ਦਿੰਦੀ ਰਹੀ ਕਿ ਸਭ ਠੀਕ ਹੋ ਜਾਣਾ। ਇਸ ਟਾਈਮ ਨੂੰ ਕੋਈ ਨਹੀਂ ਰੋਕ ਸਕਦਾ, ਸਾਰਿਆਂ ਨੇ ਇੱਕ ਦਿਨ ਚਲੇ ਜਾਣਾ। ਹੁਣ ਸੱਸ ਨੂੰ ਪੂਰੇ ਹੋਏ 4 ਮਹੀਨੇ ਹੋ ਗਏ ਸੀ। ਇੱਕ ਦਿਨ ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ। ਮੈਂ ਡਾਕਟਰ ਕੋਲ ਗਈ ਤਾਂ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਹਾਂ। ਮੇਰਾ ਪਤੀ ਵਿਦੇਸ਼ ਜਾਣ ਨੂੰ ਤਿਆਰ ਹੋ ਗਿਆ ਤੇ ਮੈਨੂੰ ਕਹਿ ਗਿਆ, ਜੇ ਮੁੰਡਾ ਹੋਇਆ ਤਾਂ ਰੱਖ ਲਈ, ਜੇ ਕੁੜੀ ਹੋਈ ਤਾਂ ਕਿਤੇ ਸੁੱਟ ਦਵੀਂ, ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਣਾ। ਆਪ ਉਹ ਬਾਹਰ ਚਲਾ ਗਿਆ। ਮੈਂ ਬਹੁਤ ਮੁਸ਼ਕਲ ਨਾਲ ਆਪਣਾ ਟਾਈਮ ਕੱਢਿਆ। ਕੁੜੀਆਂ ਨੂੰ ਵੀ ਸੰਭਾਲਣਾ, ਘਰ ਦਾ ਸਾਰਾ ਕੰਮ ਵੀ ਕਰਨਾ ਤੇ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ। ਦਿਨ ਰਾਤ ਇਹੀ ਚਿੰਤਾ ਰਹਿੰਦੀ ਸੀ ਕਿ ਜੇ ਕੁੜੀ ਹੋ ਗਈ ਤਾਂ ਮੇਰਾ ਪਤੀ ਪਤਾ ਨਹੀਂ ਮੇਰੇ ਨਾਲ ਕੀ ਕਰੂਗਾ। ਆਖਿਰ ਉਹ ਦਿਨ ਆ ਹੀ ਗਿਆ। ਮੈਂ ਰੱਬ ਅੱਗੇ ਅਰਦਾਸਾਂ ਕਰਨ ਲੱਗ ਗਈ
ਕਿ ਇਸ ਵਾਰ ਮੇਰੀ ਝੋਲੀ ਵਿੱਚ ਮੁੰਡਾ ਪਾ ਦਵੀਂ। ਜਦੋਂ ਮੈਂ ਥੋੜ੍ਹੀ ਹੋਸ਼ ਵਿੱਚ ਆਈ ਤਾਂ ਨਰਸ ਨੇ ਕਿਹਾ, ਮੁਬਾਰਕ ਹੋਵੇ, ਤੁਹਾਡੇ ਨੰਨੀ ਭਰੀ ਹੋਈ ਆ। ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਸੋਚਿਆ ਕਿ ਹੁਣ ਮੇਰੇ ਸਾਹ ਰੁਕ ਜਾਣ। ਪਰ ਇੱਦਾਂ ਨਹੀਂ ਹੋ ਸਕਦਾ ਸੀ। ਮੇਰਾ ਪਤੀ ਵਾਰ-ਵਾਰ ਫੋਨ ਕਰੀ ਜਾ ਰਿਹਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਫੋਨ ਹੀ ਨਹੀਂ ਚੁੱਕਿਆ। 3 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ। ਜਦੋਂ ਮੈਂ ਹਸਪਤਾਲ ਤੋਂ ਬਾਹਰ ਆਈ ਤਾਂ ਉਹੀ ਗਰੀਬ ਔਰਤ ਬੈਠੀ ਸੀ। ਮੇਰੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ ਕਿ ਮੈਂ ਆਪਣੀ ਪਿਆਰੀ ਜਿਹੀ ਬੱਚੀ ਉਸ ਔਰਤ ਨੂੰ ਦੇ ਦਿੱਤੀ। ਮੇਰੇ ਦਿਲ ਵਿੱਚ ਹੌਲ ਪੈ ਰਹੇ ਸੀ, ਪਰ ਹੋਰ ਕੋਈ ਰਸਤਾ ਨਹੀਂ ਸੀ। ਮੈਂ ਦਿਲ ਤੇ ਪੱਥਰ ਰੱਖ ਕੇ ਘਰ ਵਾਪਸ ਆ ਗਈ। ਇੱਕ ਮਾਂ ਲਈ ਆਪਣੇ ਬੱਚਿਆਂ ਤੋਂ ਦੂਰ ਰਹਿਣਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ, ਚਾਹੇ ਮੁੰਡਾ ਹੋਵੇ ਜਾਂ ਕੁੜੀ। ਮੈਂ ਘਰ ਆ ਕੇ ਆਪਣੇ ਪਤੀ ਨੂੰ ਫੋਨ ਕੀਤਾ ਤੇ ਡਰਦੇ ਹੋਏ ਦੱਸਿਆ ਕਿ ਕੁੜੀ ਹੋਈ ਆ। ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਫੋਨ ਕੱਟ ਦਿੱਤਾ। ਟਾਈਮ ਲੰਘਦਾ ਗਿਆ। ਉਹਨੂੰ ਬਾਹਰ ਗਏ ਨੂੰ 5 ਸਾਲ ਹੋ ਗਏ ਸੀ। ਕਦੇ ਕਿਤੇ ਫੋਨ ਕਰਦਾ ਸੀ। ਹਰ ਮਹੀਨੇ ਪੈਸੇ ਜ਼ਰੂਰ ਭੇਜ ਦਿੰਦਾ ਸੀ, ਜਿਹਦੇ ਨਾਲ ਘਰ ਦਾ ਖਰਚਾ ਚੱਲ ਜਾਂਦਾ ਸੀ। ਉਹ ਗਰੀਬ ਔਰਤ ਬਾਅਦ ਵਿੱਚ ਮੈਨੂੰ ਕਿਤੇ ਨਹੀਂ ਦਿਸੀ। ਮੇਰੀਆਂ 4 ਕੁੜੀਆਂ ਤਾਂ ਮੇਰੇ ਕੋਲ ਸੀ, ਪਰ ਜਿਹੜੀ ਕੁੜੀ ਮੈਂ ਉਸ ਔਰਤ ਨੂੰ ਦੇ ਦਿੱਤੀ ਸੀ, ਉਹਦੀ ਬਹੁਤ ਯਾਦ ਆਉਂਦੀ ਸੀ। ਮੇਰਾ ਪਤੀ ਇੱਕ ਵਾਰ ਵੀ ਬਾਹਰ ਗਿਆ ਮੁੜ ਕੇ ਨਹੀਂ ਆਇਆ ਸੀ ਤੇ ਹੁਣ ਲੋਕ ਵੀ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ ਸੀ ਕਿ ਜ਼ਰੂਰ ਉਹਨੇ ਬਾਹਰ ਕਿਸੇ ਨਾਲ ਵਿਆਹ ਕਰਵਾ ਲਿਆ ਹੋਣਾ, ਤਾਂ ਹੀ ਵਾਪਸ ਨਹੀਂ ਆ ਰਿਹਾ। ਮੈਂ ਜਦੋਂ ਵੀ ਉਹਨੂੰ ਫੋਨ ਕਰਦੀ ਸੀ ਤਾਂ ਉਹ ਕਦੇ ਮੇਰਾ ਫੋਨ ਨਹੀਂ ਚੁੱਕਦੇ। ਹੁਣ ਤਾਂ ਪੈਸੇ ਭੇਜਣੇ ਵੀ ਬੰਦ ਕਰ ਦਿੱਤੇ ਸੀ। ਘਰ ਵਿੱਚ ਖਾਣ ਪੀਣ ਦਾ ਸਮਾਨ ਵੀ ਮੁੱਕ ਗਿਆ ਸੀ। ਫਿਰ ਮੈਂ ਖੁਦ ਕੰਮ ਕਰਨ ਦਾ ਫੈਸਲਾ ਲਿਆ। ਜਦੋਂ ਮੈਂ ਕਿਤੇ ਵੀ ਕੰਮ ਦਾ ਪਤਾ ਕਰਨ ਜਾਂਦੀ ਸੀ ਤਾਂ ਲੋਕ ਮੇਰਾ ਮਜ਼ਾਕ ਉਡਾਉਂਦੇ ਸੀ ਤੇ ਕਹਿੰਦੇ, ਪਤੀ ਬਾਹਰ ਲੱਖਾਂ ਰੁਪਏ ਕਮਾਉਂਦਾ ਤੇ ਇਹ ਘਰਾਂ ਵਿੱਚ ਕੰਮ ਮੰਗਦੀ ਫਿਰਦੀ ਆ। ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੀਆਂ ਕੁੜੀਆਂ ਨੂੰ ਪਾਲਿਆ। 20 ਸਾਲ ਹੋ ਗਏ ਸੀ ਮੈਨੂੰ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਨੂੰ, ਤੇ ਇਨ੍ਹਾਂ 20 ਸਾਲਾਂ ਵਿੱਚ ਮੈਂ ਆਪਣੀਆਂ 3 ਕੁੜੀਆਂ ਦਾ ਵਿਆਹ ਕਰ ਦਿੱਤਾ ਸੀ। ਇੱਕ ਦਿਨ ਅਚਾਨਕ ਦਰਵਾਜ਼ਾ ਖੜਕਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦੇਖ ਕੇ ਇੱਕ ਪਲ ਲਈ ਮੈਂ ਸਦਮੇ ਵਿੱਚ ਚਲੇ ਗਈ। ਮੇਰਾ ਪਤੀ 20 ਸਾਲ ਬਾਅਦ ਮੇਰੇ ਸਾਹਮਣੇ ਖੜਾ ਸੀ। ਮੈਨੂੰ ਦੇਖ ਕੇ ਉਹ ਥੋੜਾ ਜਿਹਾ ਮੁਸਕਰਾਇਆ ਤੇ ਅੰਦਰ ਆ ਗਿਆ। ਉਸ ਨੇ ਅੰਦਰ ਆ ਕੇ ਕਿਹਾ ਕਿ ਹੁਣ ਉਹ ਹਮੇਸ਼ਾ ਲਈ ਇੱਥੇ ਹੀ ਰਹੇਗਾ ਤੇ ਇੱਥੇ ਹੀ ਆਪਣਾ ਕੋਈ ਕੰਮ ਸ਼ੁਰੂ ਕਰ ਲਵੇਗਾ। ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਉਸ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨੇ ਤੋਂ ਇਸੇ ਸ਼ਹਿਰ ਵਿੱਚ ਰਹਿ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਉਸ ਨੇ ਇੱਕ ਵਾਰ ਵੀ ਆਪਣੀਆਂ ਕੁੜੀਆਂ ਬਾਰੇ ਨਹੀਂ ਪੁੱਛਿਆ ਤੇ ਨਾ ਹੀ ਮੈਨੂੰ ਪੁੱਛਿਆ ਕਿ ਇੰਨੇ ਸਾਲਾਂ ਵਿੱਚ ਮੈਂ ਕਿਵੇਂ ਘਰ ਦਾ ਖਰਚਾ ਚੁੱਕਿਆ ਤੇ ਆਪਣਾ ਤੇ ਆਪਣੀਆਂ ਕੁੜੀਆਂ ਦਾ ਢਿੱਡ ਭਰਿਆ। ਮੇਰਾ ਤਾਂ ਇੱਕ ਪਲ ਲਈ ਸਾਹ ਹੀ ਰੁਕ ਗਿਆ ਜਦੋਂ ਉਹਨੇ ਬਾਹਰ ਆ ਕੇ ਦੱਸਿਆ ਕਿ ਉਸਨੂੰ ਇਸੇ ਸ਼ਹਿਰ ਵਿੱਚ ਇੱਕ ਕੁੜੀ ਪਸੰਦ ਹੈ। ਉਸ ਦਾ ਨਾਮ ਰਜਨੀ ਹੈ ਤੇ ਉਹ ਅਗਲੇ ਐਤਵਾਰ ਰਜਨੀ ਨਾਲ ਵਿਆਹ ਕਰਵਾਏਗਾ। ਇੰਨਾ ਕਹਿ ਕੇ ਉਹ ਘਰੋਂ ਬਾਹਰ ਚਲਾ ਗਿਆ ਤੇ ਮੈਂ ਉਸਨੂੰ ਦੇਖਦੀ ਹੀ ਰਹਿ ਗਈ ਕਿ ਕੋਈ ਇਸ ਹੱਦ ਤੱਕ ਵੀ ਲਾਪਰਵਾਹ ਕਿਵੇਂ ਹੋ ਸਕਦਾ ਹੈ। ਇਸ ਬੁਢਾਪੇ ਦੀ ਉਮਰ ਵਿੱਚ ਵਿਆਹ ਕਰਵਾਉਣ ਨੂੰ ਫਿਰਦਾ ਸੀ ਤੇ ਆਪਣੀਆਂ ਕੁੜੀਆਂ ਬਾਪ ਦੇ ਪਿਆਰ ਨੂੰ ਤਰਸਦੀਆਂ ਸੀ। ਐਤਵਾਰ ਦਾ ਦਿਨ ਵੀ ਆ ਗਿਆ। ਪੂਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ। ਮੇਰੀਆਂ ਕੁੜੀਆਂ ਚੁੱਪ ਕਰਕੇ ਇੱਕ ਕਮਰੇ ਵਿੱਚ ਬੈਠ ਗਈਆਂ ਕਿਉਂਕਿ ਉਹ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਹੋਣਾ ਵੀ ਕਿਉਂ ਸੀ। ਮੇਰਾ ਪਤੀ ਬਹੁਤ ਖੁਸ਼ ਸੀ। ਮੇਰੇ ਕੋਲ ਆਇਆ ਤੇ ਬੋਲਿਆ, ਰਜਨੀ ਆਪਣੀ ਮਾਂ ਨਾਲ ਇੱਥੇ ਹੀ ਆ ਰਹੀ ਹੈ ਤੇ ਵਿਆਹ ਵੀ ਇੱਥੇ ਹੀ ਹੋਵੇਗਾ। ਵਿਆਹ ਤੋਂ ਬਾਅਦ ਉਹ ਆਪ ਕਿਤੇ ਹੋਰ ਰਹਿਣ ਲਈ ਘਰ ਦੇਖ ਲੈਣਗੇ। ਮੈਂ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਤਾਂ ਪਹਿਲਾਂ ਹੀ ਮੇਰੇ ਲਈ ਨਾ ਹੋਇਆਂ ਦੇ ਬਰਾਬਰ ਸੀ। ਮੈਂ ਚੁੱਪ ਕਰਕੇ ਆਪਣਾ ਕੰਮ ਕਰਨ ਲੱਗ ਗਈ। ਦੋਨੋਂ ਮਾਂ ਬੇਟੀ ਘਰ ਆ ਗਈਆਂ ਸੀ। ਉਸ ਕੁੜੀ ਨੂੰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਸਿਰਫ 18-19 ਸਾਲ ਦੀ ਸੀ ਤੇ ਮੇਰਾ ਪਤੀ ਉਹਦੇ ਨਾਲੋਂ ਤਿੱਗਣੀ ਉਮਰ ਦਾ ਸੀ।
ਤੇ ਦੂਜੇ ਪਾਸੇ ਮੇਰਾ ਪਤੀ ਉਸ ਕੁੜੀ ਦੀ ਮਾਂ ਨੂੰ ਪੈਸੇ ਦਿੰਦਾ ਹੋਇਆ ਪਤਾ ਨਹੀਂ ਕੀ ਗੱਲਾਂ ਕਰ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਉਸ ਔਰਤ ਨੂੰ ਕਿਤੇ ਦੇਖਿਆ ਹੁੰਦਾ, ਪਰ ਯਾਦ ਨਹੀਂ ਆ ਰਿਹਾ ਸੀ। ਉਹ ਔਰਤ ਵੀ ਮੇਰੇ ਵੱਲ ਦੇਖੀ ਜਾ ਰਹੀ ਸੀ। ਅਚਾਨਕ ਮੈਨੂੰ ਯਾਦ ਆ ਗਿਆ ਤੇ ਮੇਰੇ ਹੋਸ਼ ਉੱਡ ਗਏ ਕਿ ਇਹ ਕਿਹੋ ਜਿਹੀ ਮੁਸੀਬਤ ਆ ਖੜੀ ਹੋਈ। ਮੈਂ ਉਸ ਔਰਤ ਦੇ ਸਾਹਮਣੇ ਖੜੀ ਹੋ ਗਈ ਤੇ ਬੋਲੀ ਕਿ ਤੂੰ ਉਹੀ ਔਰਤ ਹੈ ਨਾ ਜਿਹਨੂੰ ਮੈਂ ਆਪਣੀ ਕੁੜੀ ਦਿੱਤੀ ਸੀ। ਮੇਰੀ ਗੱਲ ਸੁਣ ਕੇ ਉਹ ਇੱਕਦਮ ਚੁੱਪ ਹੋ ਗਈ ਤੇ ਫਿਰ ਬੋਲੀ, ਹਾਂ ਮੈਂ ਉਹੀ ਔਰਤ ਹਾਂ। ਉਹ ਬੋਲੀ, ਤੁਸੀਂ ਕੌਣ ਹੋ? ਸੰਦੀਪ ਵੀ ਸਾਡੀਆਂ ਗੱਲਾਂ ਸੁਣ ਰਿਹਾ ਸੀ। ਮੈਂ ਗੁੱਸੇ ਵਿੱਚ ਬੋਲੀ, ਮੈਂ ਉਹੀ ਹਾਂ ਜਿਹਨੇ 20 ਸਾਲ ਪਹਿਲਾਂ ਤੈਨੂੰ ਆਪਣੀ ਕੁੜੀ ਦਿੱਤੀ ਸੀ, ਇਸੇ ਪਤੀ ਦੇ ਡਰ ਤੋਂ। ਮੇਰਾ ਪਤੀ ਵੀ ਇਹ ਗੱਲ ਸੁਣ ਕੇ ਘਬਰਾ ਗਿਆ। ਰਜਨੀ ਮੇਰੀ ਤੇ ਸੰਦੀਪ ਦੀ ਹੀ ਕੁੜੀ ਸੀ। ਜੇ ਥੋੜੀ ਜਿਹੀ ਦੇਰ ਹੋਰ ਹੋ ਜਾਂਦੀ ਤਾਂ ਪਤਾ ਨਹੀਂ ਕਿੰਨਾ ਵੱਡਾ ਪਾਪ ਹੋ ਜਾਣਾ ਸੀ। ਮੈਂ ਰਜਨੀ ਨੂੰ ਘੁੱਟ ਕੇ ਗਲੇ ਲਗਾ ਲਿਆ ਤੇ ਰੋਣ ਲੱਗ ਪਈ। ਸੰਦੀਪ ਬਿਨਾਂ ਕੁਝ ਬੋਲੇ ਘਰੋਂ ਬਾਹਰ ਚਲੇ ਗਏ। ਰਾਤ ਹੋ ਗਈ ਪਰ ਉਹ ਵਾਪਸ ਨਹੀਂ ਆਏ। 3 ਦਿਨਾਂ ਬਾਅਦ ਐਂਬੂਲੈਂਸ ਘਰ ਦੇ ਬਾਹਰ ਰੁਕੀ ਤੇ 2 ਮੁੰਡੇ ਸੰਦੀਪ ਨੂੰ ਚੁੱਕ ਕੇ ਲਿਆ ਰਹੇ ਸੀ। ਉਸ ਦਾ ਐਕਸੀਡੈਂਟ ਹੋ ਗਿਆ ਸੀ ਤੇ ਇੱਕ ਲੱਤ ਟੁੱਟ ਗਈ ਸੀ। ਹੋਰ ਵੀ ਬਹੁਤ ਸੱਟਾਂ ਲੱਗੀਆਂ ਸੀ। ਉਹ ਜਿੱਦਾਂ ਦਾ ਵੀ ਸੀ ਮੇਰਾ ਪਤੀ ਸੀ, ਮੇਰੀਆਂ ਕੁੜੀਆਂ ਦਾ ਬਾਪ। ਕੁੜੀਆਂ ਕਿੱਥੇ ਆਪਣੇ ਬਾਪ ਨੂੰ ਤਕਲੀਫ ਵਿੱਚ ਦੇਖ ਸਕਦੀਆਂ ਸੀ। ਉਹ ਆਪਣੇ ਬਾਪ ਦੀ ਬਹੁਤ ਸੇਵਾ ਕਰਦੀਆਂ ਸੀ। ਇਹ ਦੇਖ ਕੇ ਸੰਦੀਪ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ। ਮੈਂ ਰਜਨੀ ਨੂੰ ਵੀ ਆਪਣੇ ਕੋਲ ਰੱਖ ਲਿਆ ਸੀ, ਨਹੀਂ ਤਾਂ ਉਹ ਔਰਤ ਪੈਸਿਆਂ ਦੀ ਖਾਤਰ ਮੇਰੀ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ। ਸੰਦੀਪ ਕਦੇ ਰਜਨੀ ਨਾਲ ਨਜ਼ਰ ਨਹੀਂ ਬੁਲਾਉਂਦਾ ਸੀ ਤੇ ਨਾ ਹੀ ਰਜਨੀ ਬਹੁਤਾ ਆਪਣੇ ਬਾਪ ਦੇ ਸਾਹਮਣੇ ਜਾਂਦੀ ਸੀ। ਕੁਝ ਦਿਨਾਂ ਬਾਅਦ ਸੰਦੀਪ ਨੇ ਆਪਣੀ ਸਾਰੀ ਦੌਲਤ ਆਪਣੀਆਂ 5 ਕੁੜੀਆਂ ਦੇ ਨਾਮ ਕਰ ਦਿੱਤੀ ਤੇ ਸਾਰਿਆਂ ਤੋਂ ਮਾਫੀ ਮੰਗੀ। ਹੁਣ ਅਸੀਂ ਸਾਰੇ ਬਹੁਤ ਖੁਸ਼ ਹਾਂ ਤੇ ਮਿਲ ਕੇ ਪਿਆਰ ਨਾਲ ਰਹਿੰਦੇ ਹਾਂ। ਸੋ ਦੋਸਤੋ, ਕਦੇ ਵੀ ਕੁੜੀ ਮੁੰਡੇ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ। ਜੇ ਮੁੰਡੇ ਆਪਣੇ ਮਾਂ-ਬਾਪ ਦਾ ਸਹਾਰਾ ਹੁੰਦੇ ਹਨ ਤਾਂ ਕੁੜੀਆਂ ਦੀ ਜਾਨ ਵੀ ਆਪਣੇ ਮਾਂ-ਬਾਪ ਵਿੱਚ ਹੀ ਹੁੰਦੀ ਹੈ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।